हेलो 9th क्लास चैप्टर नंबर 5 यूक्लिड ज्योमैट्री स्टार्ट करनी है। यूक्लिड ज्योमैट्री ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ज्योमैट्री शब्द ਨਾਲ ਰਿਲੇਟਡ ਅਸੀਂ ਗੱਲ ਕਰਦੇ ਹਾਂ ਕਿ ज्योमैट्री ਕੀ ਹੈ ਹਨਾ। ज्योमैट्री ਜਿਹੜੀ ਦੋ ਸ਼ਬਦਾਂ ਤੋਂ ਮਿਲ ਕੇ ਬਣੀ ਹੈ, ਜਿਓ ਪਲਸ ਮੈਟਰਿਨ, जियो प्लस मैट्रिन, ठीक है। ते जियो मीन्स धरती, अर्थ, ज मैट्रिन मीन मापना, मेजरमेंट करना। ਇਹਦਾ मतलब कि ਜਿਹੜਾ जियोमैट्री है ना ਜਿਹੜੀ ਇਸ ਸ਼ਬਦ ਦੀ अर्थ ਤੋਂ ਇਹ ਪਤਾ ਲੱਗਦਾ ਹੈ ਕਿ ਇਹਦੀ ਉਤਪਤੀ ਜਿਹੜੀ ਹੈ ਉਹ ਧਰਤੀ ਨੂੰ ਮਾਪਣ ਦੀ ਜ਼ਰੂਰਤ ਕਰਕੇ ਹੋਈ। ਧਰਤੀ ਨੂੰ मापन की जरूरत करके ਇਹਦੀ ਉਤਪਤੀ ਹੋਈ। ਤਾਂ ਇਹ ਮਤਲਬ ਸਾਰੀਆਂ ਪ੍ਰਾਚੀਨ ਸਭਿਅਤਾਵਾਂ ਜਿੰਨੀਆਂ ਸੀਗੀਆਂ ਨਾ, ਮਿਸਰ ਦੀ ਸਭਿਅਤਾ ਹੋਏ, ਭਾਰਤ ਦੀ ਹੋਏ, ਚੀਨ ਦੀ ਹੋਏ, ਬੇਬੀਲੋਨੀਆ ਦੀ ਹੋਏ, ਯੂਨਾਨ ਦੀ ਸਭਿਅਤਾ, ਇਹ ਸਾਰੀਆਂ ਸਭਿਅਤਾਵਾਂ ਦੇ ਵਿੱਚ ਮਤਲਬ ਕਿੰਨੀਆਂ ਪੁਰਾਣੀਆਂ ਸਭਿਅਤਾਵਾਂ ਆ ਨਾ ਇਹ। ਤਾਂ 500 ਈਸਵੀ ਪੂਰਵ 300 ਈਸਵੀ ਪੂਰਵ ਤੱਕ ਦੀਆਂ ਹੈਗੀਆਂ ਇਹ। ਤਾਂ ਉਦੋਂ ਇਹ ਸਾਰਾ ਕੁਝ ਪ੍ਰਯੋਗ 'ਚ ਆਉਂਦਾ ਸੀਗਾ ਕਿਉਂਕਿ ਕਿੰਨੀਆਂ ਵਿਕਸਿਤ ਸਭਿਅਤਾਵਾਂ ਸੀਗੀਆਂ, ठीक है ना। तो ये सारिया ज्योमैट्री नाल मतलब जमीन नूं मापण नाल संबंधित सारिया धारणावां, तल, रेखा, बिंदु, इदां दी चीज़ां जिहड़ियां आकार हर तरह दे ये उदों प्रयोग च आउंदियां सीगियां, पर इन्हां नूं किते भी लिखती रूप विच नहीं लिखिया गया सी, ठीक है ना। जिद्दां मतलब हुण इहदी उदाहरण हैगी आ कि नील नदी है ना जिहड़ी मिस्र दे विच, उहदे आले दुआले ਜਿਹੜੇ ਖੇਤ ਸੀਗੇ, ਕਿਸਾਨਾਂ ਦੇ ਖੇਤ ਹੁੰਦੇ ਸੀਗੇ। ਮਤਲਬ ਉਦੋਂ ਕਿਹੜਾ ਜ਼ਮਾਨਾ ਸੀਗਾ, ਅਸੀਂ ਹੁਣ ਜਿਹੜੇ ਜ਼ਮਾਨੇ 'ਚ ਰਹਿੰਦੇ ਹੁਣ ਸਾਨੂੰ ਹੁਣ ਦੇ ਖੇਤ ਨਹੀਂ ਸੋਚਣੇ, ਉਹ ਬੜੇ ਪੁਰਾਣੇ ਸੀ ਜਦੋਂ ਹਲੇ ਕੀ ਮਤਲਬ ਜਿਹੜਾ ਮਨੁੱਖਿਆ ਵਿਕਾਸ ਦੀਆਂ ਪੌੜੀਆਂ ਚੜ੍ਹ ਰਿਹਾ ਸੀ, ਠੀਕ ਹੈ। ਸੱਭਿਅਤਾਵਾਂ ਜਿਹੜੀਆਂ ਤੇ ਉਹਨਾਂ ਦੇ ਖੇਤ ਹੁੰਦੇ ਸੀ ਤੇ ਉਹਨਾਂ ਨੇ ਜਿਹੜੇ ਖੇਤ ਹੈ ਉਹ ਜਿਸਲੇ ਹੜ੍ਹ ਆਉਣਾ ਤੇ ਉਹ ਬਰਸਾਤਾਂ ਦੇ ਵਿੱਚ ਉਹ ਡੁੱਬ ਜਾਣੇ, ਤਾਂ ਉਹਨਾਂ ਦੇ ਜਿਹੜੇ ਬੰਨੇ ਬੁੰਨੇ ਸਾਰੇ ਜੰਦ ਲੱਗਣੇ, ठीक है। तो हर साल उत्थे बन्ने मतलब उसकी मार्किंग करते, हर साल जिले हड़ चल जाना उसकी मार्किंग करनी, मार्किंग करते सी, लाइनें बनाते सी ना तो, पर वह कोई लिखती नहीं सी। फिर मिस्र के एडे एडे पिरामिड बने, अन्न भंडार बने, है ना, वो शेप्स के आ गया, ठीक है। मतलब जे असीं कहिए कि उन्होंने जमीन के उत्ते मुड़ के लाइनां ला लियां, वो तो तल सी ना, ठीक है। तो जे पिरामिड बना ले वो शेप्स आ गई जिन्होंने तुसीं 3D कहने, ठीक है। तो वो शेप्स बनाने वास्ते भी उन्होंने कितनी नॉलेज सी, पर वो एक व्यवहारिक ज्ञान नाल ही गांह ते गांह चलदा सीगा। ਉਹਦੇ ਵਿੱਚ ਕੋਈ ਉਹਦਾ ਕੋਈ ਨਿਯਮ ਨਹੀਂ ਸੀਗੇ, ਉਹਦਾ ਕੁਛ ਨਹੀਂ ਸੀ, ਵਿਵਹਾਰਿਕ ਗਿਆਨ ਤੋਂ ਹੀ ਚੱਲਦਾ ਸੀ। ਤਾਂ ਪੀੜ੍ਹੀ ਦਰ ਪੀੜ੍ਹੀ ਕਿਹਨੇ ਕਿਹਨੂੰ ਦੱਸਿਆ ਇੱਦਾਂ ਕਰਨਾ ਇੱਦਾਂ ਕਰਨਾ ਇੱਦਾਂ ਕਰਨਾ, ਹੈ ਨਾ, ਇੱਦਾਂ ਉਹ ਚੱਲਦੇ ਸੀ। ਭਾਰਤ ਦੀ ਸੱਭਿਅਤਾ ਲਓ, ਭਾਰਤ ਦੇ ਵਿੱਚ ਮੋਹਿੰਜੋਦੜੋ, ਹੜੱਪਾ, ਇਹ ਸੱਭਿਅਤਾਵਾਂ ਜਿਹੜੀ ਖੁਦਾਈ 'ਚ ਮਿਲੀਆਂ ਸਾਨੂੰ, ਤੇ ਉਹ ਸ਼ਹਿਰ ਦੇਖੋ ਕਿੰਨੇ ਵੈਲ ਪਲਾਨਡ ਹੈਗੇ ਆ, ਹੈ ਨਾ, ਪੂਰੇ ਯੋਜਨਾਬੱਧ ਤਰੀਕੇ ਨਾਲ ਬਣਾਏ ਹੋ ਆ, ਵੱਡੀਆਂ ਚੌੜੀਆਂ ਗਲੀਆਂ, ਤਾਂ ਜਿਹੜੀਆਂ ਗਲੀਆਂ ਇੱਕ ਦੂਜੇ ਦੇ ਸਮਾਨ ਅੰਤਰ ਹੈ ਨਾ, ਤੇ ਨਾਲੀਆਂ ਪੱਕੀਆਂ, ਮਤਲਬ ਘਰਾਂ ਦੇ ਵੀ ਨਕਸ਼ੇ ਦੇ ਹਿਸਾਬ ਦੇ ਨਾਲ। ਈਵਨ ਇੱਥੇ ਤੱਕ ਕਿ ਇੱਟਾਂ ਦੀ ਜਿਹੜੀ ਲੰਬਾਈ ਚੌੜਾਈ ਮੋਟਾਈ ਸੀਗੀ ਨਾ, ਉਹਦਾ ਵੀ ਅਨੁਪਾਤ ਹੈਗਾ ਉਹਦੇ 'ਚ ਪੱਕਾ ਕਿ ਇੰਨੇ ਬਾਈ ਇੰਨੇ ਦੀ ਇੱਟ ਹੋਣੀ 'ਚ ਹੁੰਦੀ ਆ। ਉਹ ਇੱਟਾਂ ਵੀ ਜਿਹੜੀਆਂ ਪੁਰਾਣੀਆਂ ਇੱਟਾਂ 4x2x1 ਦੀਆਂ ਆ, मतलब 4:2:1, 4 ਜੇ ਮੰਨ ਲਓ ਸੈਂਟੀਮੀਟਰ ਦੀ ਲੰਬਾਈ ਹੈ ਤੇ 2 ਸੈਂਟੀਮੀਟਰ ਦੀ ਚੌੜਾਈ ਹੈ ਤੇ 1 ਸੈਂਟੀਮੀਟਰ ਦੀ ਮੋਟਾਈ ਹੈ, ਠੀਕ ਹੈ। ਇੱਟਾਂ ਦੀ ਵੀ ਇਹਨੂੰ ਪੂਰਾ ਅਨੁਪਾਤ ਹੈ ਕਿ ਅਸੀਂ ਦੀਵਾਰ ਬਣਾਉਣੀ ਹੈ ਤਾਂ ਅਸੀਂ ਇਸ ਅਨੁਪਾਤ ਦੇ ਵਿੱਚ ਜੇ ਇੱਟਾਂ ਲਾਵਾਂਗੇ ਤਾਂ ਕਿੰਨੀਆਂ ਲੱਗੂਗੀਆਂ, ਉਹ ਸਾਰਾ ਕੁਝ ਪਤਾ ਆ। ਪਰ ਉਹਦਾ ਲਿਖਤੀ ਰੂਪ ਦੇ ਵਿੱਚ ਜਾਂ ਉਹਦਾ ਕੋਈ ਨਾਂ ਜਾਂ ਕੋਈ ਸਿਧਾਂਤ, ਕੀ ਸਿਧਾਂਤ ਬਣਿਆ, ਉਹ ਇੱਦਾਂ ਦਾ ਕੁਛ ਨਹੀਂ ਸੀ। ਸਾਰਾ ਜਵਾਨੀ ਚੱਲਦਾ ਸੀ, ਸਾਰਾ ਕੁਛ ਜਵਾਨੀ, ਇੱਕ ਦੂਜੇ ਤੋਂ ਦੂਜੇ ਨੂੰ ਪਾਸ ਆਨ ਹੁੰਦਾ ਸੀ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਪਾਸ ਆਨ ਹੁੰਦਾ ਸੀ, ਹੈ ਨਾ। ਤਾਂ ਉਸ ਵੇਲੇ ਫਿਰ ਇਹ ਮਤਲਬ ਜਿਹੜੇ ਫਿਰ ਮਿਸਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਪਿਰਾਮਿਡ ਬਣੇ ਆ, ਹੈ ਨਾ, ਚੀਨ ਦੀ ਮਹਾਨ ਦੀਵਾਰ ਬਣ ਗਈ, ਇੱਦਾਂ ਦੇ ਮਤਲਬ ਇਹ ਸਾਰੀਆਂ ਸੱਭਿਅਤਾਵਾਂ, ਪੁਰਾਣੀਆਂ ਸੱਭਿਅਤਾਵਾਂ ਜਿਹੜੀਆਂ ਆ ਇਹ ਵਿਕਸਿਤ ਹੋਈਆਂ। ਜਿਓਮੈਟਰੀ ਦੀ ਵਰਤੋਂ ਹੁੰਦੀ ਸੀ, ਧਰਤੀ ਦੇ ਮਾਪਣ ਦੀ ਜਾਂ ਤਲ ਦੀ ਜਾਂ ਰੇਖਾ ਦੀ, ਇਹ ਸਾਰੇ ਕਾਸੇ ਦੀ ਵਰਤੋਂ ਹੁੰਦੀ ਸੀ, ਪਰ ਕਿਤੇ ਵੀ ਇਹਨਾਂ ਦੇ ਬਾਰੇ मतलब कोई प्रमाण नहीं सी, ठीक है। मौखिक ही जाते सी अगे तो अगे। तो जिहड़े यूनान दे लोग सीगे ना, उन्हां दी जिहड़ी रुचि सीगी ना, वो सीगी इन्हां सिद्धांतां नूं मतलब पक्कियां करन च रुचि सीगी उन्हां दी।
ਤਾਂ ਉੱਥੋਂ ਫਿਰ ਸਾਡੇ ਜਿਹੜੇ ਇੱਕ ਯੂਨਾਨੀ ਹਿਸਾਬਦਾਨ ਹੋਏ ਆ ਥੇਲਸ, ਠੀਕ ਹੈ। ਥੇਲਸ ਨੇ ਸਭ ਤੋਂ ਪਹਿਲਾਂ ਇਹ ਮਤਲਬ ਜਿਲੇ ਬੰਦਾ ਵਿਕਸਿਤ ਹੁੰਦਾ ਤਾਂ ਕੋਈ ਨਾ ਕੋਈ ਖੋਜ ਹੁੰਦੀ ਜਾਰੀ ਰਹਿੰਦੀ ਹੈ ਨਾ। ਉਹਨਾਂ ਨੇ ਇਹ ਖੋਜ ਕੀਤੀ ਕਿ ਜੇ ਅਸੀਂ ਇੱਕ ਕੋਈ ਇਦਾਂ ਦੀ ਗੋਲ ਚੱਕਰ ਚੀਜ਼ ਬਣਾਉਂਦੇ ਹਾਂ ਨਾ, ਗੋਲ ਬਿਲਕੁਲ ਸਰਕਲ ਜਦੋਂ ਬਣਾਉਂਦੇ ਹਾਂ ਅਸੀਂ, ਠੀਕ ਹੈ, ਤੇ ਇਹਦਾ ਇੱਕ ਸੈਂਟਰ ਹੁੰਦਾ ਹੈ, ਤੇ ਸੈਂਟਰ ਦੇ ਵਿੱਚ ਦੀ ਜਿਹੜੀ ਲਾਈਨ ਲੰਘਦੀ ਹੈ ਨਾ ਇਦਾਂ ਇਹ ਵਾਲੀ, ਇਹਨੂੰ ਅੱਧਾ ਕਰ ਦਿੰਦੀ ਹੈ। ਹੁਣ ਤਾਂ ਸਾਨੂੰ ਪਤਾ ਹੀ ਆ, ਅਸੀਂ ਕਰਦੇ ਹੀ ਆ ਕਿ ਇਹ ਜੀ ਇਹ ਸਾਡਾ ਦਾ ਵਿਆਸ ਹੈਗਾ ਆ, ਡਾਇਮੀਟਰ ਹੈਗਾ, ਤੇ ਇਹ ਸਰਕਲ ਨੂੰ ਅੱਧਾ ਕਰਦਾ ਹੈ, ਦੋ ਹਿੱਸੇ ਵੰਡਦਾ ਹੈ। ਤੇ ਸਭ ਤੋਂ ਪਹਿਲਾਂ ਦੱਸਿਆ ਕਿਹਨੇ ਇਹਨੂੰ ਲਿਖਤੀ ਰੂਪ ਵਿੱਚ, ਅਸੀਂ ਉਦਾਂ ਤਾਂ ਪਤਾ ਹੀ ਹੈ ਸਾਨੂੰ, ਇਦਾਂ ਰੋਟੀ ਇੱਕ ਗੋਲਾ ਇਦਾਂ ਕਰੋ ਅੱਧੀ ਹੋ ਗਈ ਜੀ, ਕਾਹਦੇ ਨਾਲ ਹੋਈ, ਉਹਦਾ ਨਾਮ ਨਾ ਡਾਇਮੀਟਰ ਦੇ ਦਿੱਤਾ, ਠੀਕ ਹੈ ਨਾ। ਸੋ ਇਹ ਡਾਇਮੀਟਰ ਕਿਹਨੇ ਦਿੱਤਾ, ਥੇਲਸ ਨੇ, ਕਿ ਜਿਹੜਾ ਸਰਕਲ ਦੇ ਸੈਂਟਰ ਚੋਂ ਜਾਂਦੀ ਆ ਲਾਈਨ, ਬਿਲਕੁਲ ਸੈਂਟਰ ਦੇ ਵਿੱਚੋਂ ਦੀ ਹੋ ਕੇ ਲੰਘਦੀ ਆ, ਉਹ ਸਰਕਲ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਦਿੱਤੀ, ਠੀਕ ਹੈ। ਤਾਂ ਮਤਲਬ ਉੱਥੋਂ ਇਹ ਇੱਕ ਪ੍ਰਮਾਣ ਹੋ ਗਿਆ, ਇਹ ਪੱਕਾ, ਜਵਾਨੀ ਤਾਂ ਪਤਾ ਹੀ, ਪਰ ਉਹ ਪੱਕਾ ਪ੍ਰਮਾਣ ਇੱਥੇ ਆ ਗਿਆ ਕਿ ਇਹ ਜਿਹੜਾ ਇਹ ਦੋ ਬਰਾਬਰ ਹਿੱਸੇ ਵੰਡਦਾ, ਇਹਦਾ ਨਾਂ ਕੀ ਰੱਖ ਦਿੱਤਾ, ਡਾਇਮੀਟਰ, ਠੀਕ ਹੈ। ਤਾਂ ਜਿੰਨੀ ਪ੍ਰਕਾਰ ਖੋਲ ਕੇ ਅਸੀਂ ਮਤਲਬ ਸੈਂਟਰ ਤੋਂ ਜਿਹੜੀ ਦੂਰੀ ਆ ਉਹਦਾ ਨਾਂ ਰੱਖਤਾ ਅਰਧ ਵਿਆਸ, ਠੀਕ ਹੈ। ਇਹ ਵੱਡਾ ਵਿਆਸ, ਅੱਧਾ ਕੀ ਆ ਅਰਧ ਵਿਆਸ, ਡਾਇਮੀਟਰ ਤੇ ਰੇਡੀਅਸ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਉਸੇ ਕਾਲ ਦੇ ਇੱਕ ਲਗਭਗ ਹੋਇਆ ਹਿਸਾਬਦਾਨ ਪਾਇਥਾਗੋਰਸ, ਇਹਨਾਂ ਦੇ ਚੇਲੇ ਸੀਗੇ ਉਹ ਥੇਲਸ ਦੇ, ਠੀਕ ਹੈ। ਇਹਨਾਂ ਦੇ ਚੇਲੇ ਸੀਗੇ, ਹੋਰ ਵੀ ਉਹਨਾਂ ਦੇ ਬਹੁਤ ਸਾਰੇ ਚੇਲੇ ਸੀਗੇ, ਉਹਨਾਂ ਨੇ ਵੀ ਕਾਫੀ ਕੰਮ ਕੀਤਾ ਇੱਥੇ ਜਿਓਮੈਟਰੀ ਤੇ, ਹੈਨਾ। ਤੇ ਉਹਨਾਂ ਨੇ ਇੱਕ ਪਾਇਥਾਗੋਰਸ ਦਾ ਸਿਧਾਂਤ ਬਣਾਤਾ, ਉਹਨਾਂ ਨੇ ਪਾਇਥਾਗੋਰਸ ਦਾ ਸਿਧਾਂਤ ਬਣਾਤਾ ਕਿ ਸਮਕੋਣੀ ਤਿਕੋਣ ਹੋਵੇ ਤਾਂ ਉਹਦੀ ਇੱਕ ਭੁਜਾ ਦਾ ਵਰਗ ਤੇ ਦੂਜੀ ਭੁਜਾ ਦਾ ਵਰਗ ਤੀਜੀ ਭੁਜਾ ਦੇ ਵਰਗ ਦੇ ਬਰਾਬਰ ਹੁੰਦਾ, ਇੱਕ ਭੁਜਾ ਦੇ ਵਰਗ ਦਾ ਵਰਗ ਤੇ ਦੂਜੀ ਭੁਜਾ ਦੇ ਵਰਗ ਦਾ ਜੋੜ ਤੀਜੀ ਭੁਜਾ ਦੇ ਵਰਗ ਦੇ ਬਰਾਬਰ ਹੁੰਦਾ, ਇਹ ਦੱਸਿਆ ਨਾ ਉਹਨਾਂ ਨੇ, ਠੀਕ ਹੈ। ਤੇ ਮੈਂ ਕਿਤੇ ਪੜ੍ਹਿਆ ਸੀਗਾ ਕਿ ਇਹ ਜਿਹੜੇ ਪਾਇਥਾਗੋਰਸ ਦਾ ਸਿਧਾਂਤ ਇਹਨਾਂ ਨੇ ਪੇਸ਼ ਕੀਤਾ ਸੀ, ਇਹ ਵੀ ਬਾਈ ਚਾਂਸ ਹਿਟ ਐਂਡ ਟ੍ਰਾਇਲ ਮੈਥਡ ਦੇ ਵਿੱਚ ਉਹਨਾਂ ਨੇ ਮਤਲਬ ਇਹ ਖੋਜ ਕੀਤੀ ਤੇ ਇਹਨੂੰ ਉਸ ਸਿਧਾਂਤ ਦਾ ਨਾਂ ਦਿੱਤਾ, ਠੀਕ ਹੈ। ਅੱਛਾ, ਇਸੇ ਤਰ੍ਹਾਂ ਫਿਰ ਇਹ ਮਤਲਬ ਜਿਹੜਾ ਕੰਮ ਹੈ ਗਾਂ ਤੇ ਗਾਂ ਇਨਵੈਂਸ਼ਨਸ ਜਿਹੜੀਆਂ ਉਹ ਜਾਰੀ ਰਹੀਆਂ, ਖੋਜਾਂ ਜਿਹੜੀਆਂ ਜਾਰੀ ਰਹੀਆਂ। ਤਾਂ ਇਸੇ ਕਾਲ ਦੇ ਵਿੱਚ ਮਿਸਰ ਦੇ ਵਿੱਚ ਇੱਕ ਟੀਚਰ ਸੀਗੇ ਯੂਕਲਿਡ ਹਿਸਾਬ ਦੇ, ਠੀਕ ਹੈ। ਯੂਕਲਿਡ ਜਿਹੜੇ ਟੀਚਰ ਸੀਗੇ, ਅਧਿਆਪਕ ਸੀਗੇ, ਇਹਨਾਂ ਨੇ ਫਿਰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਜਿਹੜੀਆਂ ਮਤਲਬ ਇਹ ਤਾਂ ਸਿਧਾਂਤ ਬਣੇ ਨਾ, ਉਹਨਾਂ ਨੇ ਮਤਲਬ ਜਿਹੜੀਆਂ ਸਾਡੇ ਆਮ ਜ਼ਿੰਦਗੀ ਦੇ ਵਿੱਚ ਹੁੰਦੀਆਂ ਸੀਗੀਆਂ ਨਾ, ਮਾਪਣ ਵਾਸਤੇ ਅਸੀਂ ਕੀ ਜਿਹੜੀ ਚੀਜ਼ ਵਰਤਦੇ ਉਹਦਾ ਨਾਂ ਦੇ ਦਿੱਤਾ, ਹਨਾ। ਉਹ ਲਾਈਨ ਹੋ ਗਈ, ਜੇ ਲੰਬਾਈ ਮਾਪਦੇ ਆ ਤਾਂ ਉਹ ਲਾਈਨ ਹੋ ਗਈ, ਹਨਾ, ਲੰਬਾਈ ਮਾਪਣ ਲਈ। ਤਾਂ ਜੇ ਕਿਸੇ ਇੱਕ ਚੀਜ਼ ਨੂੰ ਅਸੀਂ ਦਰਸਾਉਂਦੇ ਆ ਤਾਂ ਉਹ ਪੁਆਇੰਟ ਦੱਸ ਦਿੱਤਾ, ਜਾਂ ਇਹ ਜਿਹੜਾ ਮੈਂ ਜਿਹਦੇ ਤੁਹਾਨੂੰ ਸਾਰਾ ਕੁਝ ਸਮਝਾ ਰਹੀ ਹਾਂ, ਕਿਸੇ ਇੱਕ ਮਤਲਬ ਇਹਦੇ ਤਲ ਹੋ ਗਿਆ, ਇੱਦਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਦਾ ਮਤਲਬ ਸੰਗ੍ਰਹਿ ਕਰਨਾ ਸ਼ੁਰੂ ਕਰ ਦਿੱਤਾ, ਜਿਹੜੀਆਂ ਆਮ ਜ਼ਿੰਦਗੀ ਜਿਹੜੀਆਂ ਜਵਾਨੀ ਇੱਕ ਦੂਜੇ ਤੋਂ ਪਾਸ ਹੋਣ ਹੁੰਦੀਆਂ ਸੀ ਦੂਜਿਆਂ ਨੂੰ, ਉਹਨਾਂ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਇਕੱਠੀਆਂ ਕਰਨਾ ਸ਼ੁਰੂ ਕਰ ਦਿੱਤਾ। ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਸਿਸਟੇਮੈਟਿਕਲੀ ਫਿਰ ਉਹਨਾਂ ਨੇ ਇੱਕ ਕਿਤਾਬ ਲਿਖ ਦਿੱਤੀ, ਐਲੀਮੈਂਟਸ, ਠੀਕ ਹੈ। ਉਹਦੇ 13 ਚੈਪਟਰ ਹੈ, ਉਹਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਸਿਸਟੇਮੈਟਿਕਲੀ ਜਿਹੜੀਆਂ ਉਹ ਦੱਸ ਦਿੱਤੀਆਂ ਕਿ ਇੱਦਾਂ ਆ, ਇੱਦਾਂ ਇੱਦਾਂ ਹਰੇਕ ਚੀਜ਼ ਜਿਹੜੀ ਆ ਉਹ ਫਿਰ ਸਾਡੇ ਕੋਲ ਰਿਟਨ ਰੂਪ ਦੇ ਵਿੱਚ ਆ ਗਈ। ਤੇ ਇਹ ਹੈਗੇ ਆ ਮਤਲਬ ਯੂਕਲਿਡ। ਉਹਨਾਂ ਨੇ ਸਿਰਫ ਜਿਓਮੈਟਰੀ ਤੇ ਨਹੀਂ ਕੰਮ ਕੀਤਾ, ਉਹਨਾਂ ਨੇ ਹਿਸਾਬ ਦੇ ਹਰ ਖੇਤਰ ਤੇ ਕੰਮ ਕੀਤਾ। ਪਰ ਕਿਉਂਕਿ ਅਸੀਂ ਹੁਣ ਜਿਓਮੈਟਰੀ ਨਾਲ ਪੜ੍ਹਨਾ ਹੈ, ਜਿਓਮੈਟਰੀ ਬਾਰੇ ਪੜ੍ਹਨਾ ਹੈ, ਤੇ ਚਲੋ ਫਿਰ ਹੁਣ ਅਸੀਂ ਬਾਕੀ ਉਹਨਾਂ ਬਾਰੇ ਦੱਸਦੇ ਹਾਂ ਕਿ ਉਹਨਾਂ ਨੇ ਮੇਨ ਉਹਨਾਂ ਦੀਆਂ ਗੱਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਨੇ ਕੀ ਕੀ ਦੱਸਿਆ। ਉਹਨਾਂ ਨੇ ਕੁਝ ਧਾਰਨਾਵਾਂ ਜਿਹੜੀਆਂ ਸੀਗੀਆਂ ਉਹਨਾਂ ਬਾਰੇ ਦੱਸਿਆ ਤੇ ਕੁਝ ਇੱਕ ਸਿਧਾਂਤਾਂ ਬਾਰੇ ਦੱਸਿਆ, ਠੀਕ ਹੈ। ਉਹ ਅਸੀਂ ਇੱਥੇ ਡਿਸਕਸ ਕਰਨਾ ਹੈ, ਠੀਕ ਹੈ। ਹਾਂਜੀ, ਯੂਕਲਿਡ ਨੇ ਜਦੋਂ ਪੂਰੇ ਮਤਲਬ ਆਪਣੇ ਸਪੇਸ ਚਾਲੇ ਦੁਆਲੇ ਆਪਣੇ ਦੇਖਿਆ ਉਹਨੇ, ਤਾਂ ਦੇਖ ਕੇ ਉਹਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਠੋਸ ਚੀਜ਼ਾਂ ਸੀਗੀਆਂ ਨਾ, ਉਹਨਾਂ ਠੋਸ ਚੀਜ਼ਾਂ ਬਾਰੇ ਉਹਨੇ ਮਤਲਬ ਉਹਨੇ ਅਬਜ਼ਰਵ ਕੀਤਾ। ਉਹਨੇ ਉੱਥੋਂ ਇਹ ਦੇਖਿਆ ਕਿ ਜਿਹੜੇ ਠੋਸ ਚੀਜ਼ਾਂ ਹੈ ਨਾ, ਉਹ ਇੱਕ ਤੋਂ ਦੂਜੀ ਜਗ੍ਹਾ ਅਸੀਂ ਉਹਨਾਂ ਨੂੰ ਮੂਵ ਕਰ ਸਕਦੇ ਹਾਂ, ਲਿਜਾ ਸਕਦੇ ਹਾਂ, ਇੱਧਰ ਉੱਧਰ ਲਿਜਾ ਸਕਦੇ ਹਾਂ। ਉਹਦਾ ਮਾਪ ਹੁੰਦਾ ਹੈ, ਇੱਕ ਠੋਸ ਚੀਜ਼ ਦਾ ਇੱਕ ਮਾਪ ਹੁੰਦਾ ਆ। ਤਾਂ ਉਹ ਚੀਜ਼ਾਂ ਬਾਰੇ ਉਹਨੇ ਦੇਖਿਆ ਕਿ ਇਹਦੇ ਜਿਹੜੀਆਂ ਠੋਸ ਚੀਜ਼ਾਂ ਇਹਨਾਂ ਦੇ ਕਿਨਾਰੇ ਵੀ ਹੁੰਦੇ ਆ, ਕਿਨਾਰੇ ਜਿਹੜੇ ਆਪਸ ਵਿੱਚ ਜੁੜਦੇ ਆ ਤਾਂ ਉੱਥੇ ਇੱਕ ਲਾਈਨ ਬਣ ਜਾਂਦੀ ਹੈ, ਹਨਾ। ਹੁਣ ਜੇ ਤੁਹਾਨੂੰ ਜਵਾਨੀ ਨਹੀਂ ਦੱਸਾਂ ਤੇ ਇਹ ਦੇਖੋ, ਇਹ ਇੱਕ ਠੋਸ ਦਾ ਰੂਪ ਹੈ, ਠੀਕ ਹੈ। ਇਹ ਠੋਸ ਦਾ ਰੂਪ ਹੈ ਨਾ ਸਾਡੇ ਕੋਲ ਇੱਕ ਡੱਬਾ, ਤੇ
ਇਹਦੇ ਹੁਣ ਇਹਦਾ ਸਰਫੇਸ ਹੈ, ਇਹਦਾ ਸਰਫੇਸ ਦੇਖੋ, ਜੇ ਅਸੀਂ ਦੇਖੀਏ ਤਾਂ ਇਹਦਾ ਸਰਫੇਸ ਨਿਕਲ ਕੇ ਆ ਗਿਆ, ਇਹਨੂੰ ਅਸੀਂ ਸਰਫੇਸ ਬੋਲਦੇ ਹਾਂ, ਤਲ। ਠੀਕ ਹੈ, ਇਦਾਂ ਦੇ ਇਹਦੇ ਤਲ ਹੈਗੇ ਆ। ਠੀਕ ਹੈ, ਇੱਕ ਇਹ ਤਲ ਹੋ ਗਿਆ, ਇੱਕ ਇੱਧਰਲਾ ਤਲ ਹੋ ਗਿਆ, ਇੱਧਰ ਇਹ ਸਾਰੇ ਇਹਦੇ ਤਲ ਹੈ। ਤੇ ਜਿੱਥੇ ਤਲ ਜੁੜਦੇ ਆਪਸ ਵਿੱਚ, ਇਹ ਤਲ ਆਪਸ ਵਿੱਚ ਜਿੱਥੇ ਜੁੜਦੇ ਆ, ਇਹ ਕੀ ਹੈ? ਇੱਕ ਰੇਖਾ ਖੰਡ ਹੈ। ਠੀਕ ਹੈ, ਇਹ ਕੀ ਹੈ? ਇੱਕ ਰੇਖਾ ਹੈ, ਰੇਖਾ ਦਾ ਹਿੱਸਾ ਹੈ ਰੇਖਾ ਖੰਡ। ਰੇਖਾ ਖੰਡ ਮਤਲਬ ਪਹਿਲਾਂ ਕੋਈ ਰੇਖਾ ਹੈਗੀ ਆ, ਉਹਦਾ ਇੱਕ ਖੰਡ ਹੈ, ਉਹਦਾ ਹਿੱਸਾ ਹੈ। ਠੀਕ ਹੈ, ਇਹ ਤਲ ਹੈਗੇ ਆ। ਤਾਂ ਫਿਰ ਜਿੱਥੇ ਇਹ ਮਤਲਬ ਰੇਖਾ ਖੰਡ ਹੈ ਤਾਂ ਉਹਦੇ ਕੋਈ ਅੰਤ ਬਿੰਦੂ ਵੀ ਹੈਗੇ ਆ। ਠੀਕ ਹੈ, ਕੁਛ ਇੱਕ ਬਿੰਦੂਆਂ ਤੇ ਜਾ ਕੇ ਰੁਕ ਜਾਂਦਾ ਹੈ ਤਲ ਦੀ ਲੰਬਾਈ ਜਿਹੜੀ। ਸੋ ਇਹ ਉਹਨੇ ਫਿਰ ਇਹ ਸਾਡੇ ਕੋਲ ਇਹ ਚੀਜ਼ਾਂ ਦੇ ਦੱਸੇ ਸੋਲਿਡ ਹੈ, ਮੂਵੇਬਲ ਹੈ, ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ, ਤੇ ਉਹਦਾ ਸਰਫੇਸ ਹੁੰਦਾ ਹੈ, ਉਹਦੇ ਤਲ ਹੁੰਦੇ ਆ। ਤਲ ਹੁਣ ਇਹ ਜਿੱਦਾਂ ਤਲ, ਇਹਨੂੰ ਵੀ ਅਸੀਂ ਤਲ ਹੀ ਕਹਿੰਦੇ ਆ, ਜਿਹੜਾ ਇਹ ਸਾਡਾ ਵਾਈਟ ਬੋਰਡ ਹੈ। ਠੀਕ ਹੈ, ਤਲ ਜਿਹੜਾ ਆ ਇਹ ਸਿਰਫ ਇਹਦੀ ਲੰਬਾਈ ਤੇ ਚੌੜਾਈ ਹੁੰਦੀ ਹੈ। ਤਲ ਦੀ ਲੰਬਾਈ ਚੌੜਾਈ ਹੁੰਦੀ ਹੈ। ਦੇਖੋ ਇਹਦੀ ਲੰਬਾਈ ਤੇ ਚੌੜਾਈ ਹੈ ਨਾ, ਮੋਟਾਈ ਤਾਂ ਨਹੀਂ ਨਾ, ਮੋਟਾਈ ਤਾਂ ਸੋਲਿਡ ਦੀ ਹੈ ਨਾ। ਠੀਕ ਹੈ, ਮੋਟਾਈ ਸੋਲਿਡ ਦੀ ਹੈ, ਤਲ ਦੀ ਮੋਟਾਈ ਨਹੀਂ ਹੁੰਦੀ, ਤਲ ਦੀ ਲੰਬਾਈ ਚੌੜਾਈ ਹੁੰਦੀ ਹੈ। ਤੇ ਸਰਫੇਸ ਹੋ ਗਿਆ। ਫਿਰ ਲਾਈਨ, ਇੱਕ ਸਿੱਧੀ ਲਾਈਨ ਨਾਲ ਜੁੜੇ ਹੋਏ। ਠੀਕ ਹੈ, ਫਿਰ ਪੁਆਇੰਟ, ਮਤਲਬ ਇੱਕ ਪੁਆਇੰਟ ਤੇ ਆ ਕੇ ਸਾਰੀਆਂ ਇਧਰੋਂ ਇਹ ਵਾਲੇ ਤਲ ਦੇ ਇੱਥੇ ਆ ਕੇ ਰੁਕਦਾ, ਇੱਧਰ ਵਾਲਾ ਤਲ ਵੀ ਇੱਥੇ ਰੁਕਦਾ, ਤੇ ਇਹ ਵੀ ਇੱਥੇ ਆ ਕੇ ਇੱਕ ਕਾਮਨ ਪੁਆਇੰਟ ਬਣ ਜਾਂਦਾ, ਇੱਕ ਕਾਮਨ ਬਿੰਦੂ ਬਣ ਜਾਂਦਾ। ਸੋ ਉੱਥੋਂ ਉਹਨੇ ਪੁਆਇੰਟ ਦੀ ਧਾਰਨਾ ਨੂੰ ਵਿਕਸਿਤ ਕੀਤਾ। ਠੀਕ ਹੈ, ਹੁਣ ਯੂਕਲਿਡ ਨੇ ਸਭ ਤੋਂ ਪਹਿਲਾਂ ਪੁਆਇੰਟ, ਮੈਂ ਸਰਫੇਸ ਦੀ ਗੱਲ ਕੀਤੀ ਸੀ ਉਹਨੇ ਪਹਿਲਾਂ, ਹਨਾ, ਸਰਫੇਸ, ਪੁਆਇੰਟ, ਲਾਈਨ, ਇਹ ਸਾਰੀ ਚੀਜ਼ਾਂ ਦੀ ਗੱਲ ਕੀਤੀ ਸੀ। ਤੇ ਨੰਬਰ 1 ਤੇ ਉਹਨੇ ਪੁਆਇੰਟ, ਬਿੰਦੂ ਜਿਹੜਾ, ਉਹਨੂੰ ਬਿੰਦੂ ਨੂੰ ਉਹਨੇ ਕਿੱਦਾਂ ਡਿਫਾਈਨ ਕੀਤਾ? ਉਹ ਕਹਿੰਦਾ ਜਿਹਦਾ ਕੋਈ ਭਾਗ ਨਹੀਂ ਹੁੰਦਾ, ਬਿੰਦੂ ਦਾ ਕੋਈ ਭਾਗ ਨਹੀਂ ਹੁੰਦਾ, ਜਸਟ ਡਾਟ। ਠੀਕ ਹੈ, ਬਿੰਦੂ ਕੀ ਹੈ? ਇੱਕ ਡਾਟ, ਕੋਈ ਲੰਬਾਈ ਨਹੀਂ, ਕੋਈ ਚੌੜਾਈ ਨਹੀਂ, ਕੋਈ ਉਚਾਈ ਨਹੀਂ, ਕੋਈ ਮੋਟਾਈ ਨਹੀਂ, ਕੁਛ ਨਹੀਂ, ਇਹਦਾ ਕੋਈ ਭਾਗ ਨਹੀਂ ਹੁੰਦਾ, ਬਸ ਇੱਕ ਨਿਸ਼ਾਨ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਉਹਨੇ ਕਿਹਾ ਲਾਈਨ। ਲਾਈਨ ਯਾਨੀ ਕਿ ਰੇਖਾ। ਰੇਖਾ ਕੀ ਹੈ? ਚੌੜਾਈ ਰਹਿਤ ਲੰਬਾਈ ਹੁੰਦੀ ਹੈ। ਮਤਲਬ ਅਸੀਂ ਜੇ ਅਸੀਂ ਇਹਦਾ ਰੇਖਾ ਲਗਾਉਂਦੇ, ਇਹ ਲਾਈਨ ਲਗਾਉਂਦੇ ਆ, ਤੇ ਇਹਦੀ ਕੋਈ ਚੌੜਾਈ ਨਹੀਂ ਹੁੰਦੀ, ਇਹਦੀ ਚੌੜਾਈ ਨਹੀਂ, ਇਹਨੂੰ ਅਸੀਂ ਸਿਰਫ ਲੰਬਾਈ 'ਚ ਮਾਪਦੇ ਹਾਂ। ਠੀਕ ਹੈ ਨਾ, ਰੇਖਾ ਦੀ ਚੌੜਾਈ ਨਹੀਂ ਹੁੰਦੀ, ਇਹਦੀ ਲੰਬਾਈ ਹੁੰਦੀ ਹੈ। ਤੇ ਇਹ ਕਿਤੇ ਵੀ ਮਤਲਬ ਰੇਖਾ ਜਿਹੜੀ ਕਿਤੇ ਖਤਮ ਨਹੀਂ ਹੁੰਦੀ, ਸਾਨੂੰ ਪਤਾ ਆ ਰੇਖਾ ਜਿਹੜੀ ਕਿਤੇ ਵੀ ਖਤਮ ਨਹੀਂ ਹੁੰਦੀ। ਤੇ ਅੱਗੇ ਐਂਡ ਪੁਆਇੰਟ ਜਾਂ ਅੰਤ ਬਿੰਦੂ, ਇੱਕ ਰੇਖਾ ਦੇ ਸਿਰੇ ਬਿੰਦੂ ਹੁੰਦੇ ਹਨ। ਇੱਕ ਰੇਖਾ ਦੇ ਸਿਰੇ ਬਿੰਦੂ ਹੁੰਦੇ ਹਨ। ਸਿਰੇ ਬਿੰਦੂ ਮਤਲਬ ਐਂਡ ਪੁਆਇੰਟ। ਹੁਣ ਜੇ ਐਂਡ ਪੁਆਇੰਟ ਹੋ ਗਏ ਤਾਂ ਉਹ ਸਾਡਾ ਕੀ ਬਣ ਜਾਂਦਾ? ਰੇਖਾ ਖੰਡ। ਠੀਕ ਹੈ, ਲਾਈਨ ਸੈਗਮੈਂਟ, ਉਹਨੂੰ ਅਸੀਂ ਲਾਈਨ ਸੈਗਮੈਂਟ ਕਹਿੰਦੇ ਆ। ਵੈਸੇ ਜਿਹੜੀ ਰੇਖਾ ਅਨੰਤ ਹੈ, ਦੋਨੇ ਪਾਸਿਆਂ ਨੂੰ ਵੱਧਦੀ ਹੈ, ਨਾ ਉੱਧਰ ਮੁੱਕਦੀ ਨਾ ਉੱਧਰ ਮੁੱਕਦੀ ਹੈ। ਠੀਕ ਹੈ, ਤਾਂ ਸਰਫੇਸ ਜਿਹਨੂੰ ਤਲ ਜਾਂ ਸਤ੍ਹਾ ਕਹਿੰਦੇ ਅਸੀਂ, ਤੇ ਉਹਦੀ ਸਿਰਫ ਲੰਬਾਈ ਤੇ ਚੌੜਾਈ ਹੁੰਦੀ ਆ। ਜਿੱਦਾਂ ਮੈਂ ਤੁਹਾਨੂੰ ਇਹ ਵਾਈਟ ਬੋਰਡ ਦੀ ਉਦਾਹਰਣ ਦਿੱਤੀ ਹੈ, ਸਭ ਤੋਂ ਵੱਡੀ ਉਦਾਹਰਣ ਤੁਹਾਡੇ ਸਾਹਮਣੇ ਇਹ ਹੀ ਹੈ ਇਸ ਵੇਲੇ, ਵਾਈਟ ਬੋਰਡ ਹੈ, ਤੇ ਇਹਦੀ ਸਿਰਫ ਲੰਬਾਈ ਤੇ ਚੌੜਾਈ ਆ। ਜਦ ਤੁਸੀਂ ਆਪਣੀ ਕਾਪੀ ਦੇ ਵਿੱਚੋਂ ਕੋਈ ਪੇਜ ਲੈ ਕੇ ਦੇਖੋਗੇ, ਉਹਦੀ ਕੋਈ ਮੋਟਾਈ ਨਹੀਂ ਹੁੰਦੀ, ਹੈ ਨਾ, ਉਹਦੀ ਵੀ ਸਿਰਫ ਲੰਬਾਈ ਤੇ ਚੌੜਾਈ ਹੁੰਦੀ। ਇਦਾਂ ਦੀ ਜਿਹੜੀਆਂ ਚੀਜ਼ਾਂ ਉਹਨੂੰ ਅਸੀਂ ਤਲ ਬੋਲਦੇ ਹਾਂ, ਸਤ੍ਹਾ ਬੋਲਦੇ ਹਾਂ, ਸਰਫੇਸ ਬੋਲਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਉਹਨੇ ਕਿਹਾ ਐਜ। ਠੀਕ ਹੈ, ਐਜ ਹੁਣ ਜਿਹੜਾ ਕੋਈ ਵੀ ਸੋਲਿਡ ਬਣਦਾ ਆ, ਹੈ ਨਾ, ਜੇ ਕੋਈ ਤਿਕੋਣਾ ਸੋਲਿਡ ਬਣੇਗਾ ਤਾਂ ਉਹਦੇ ਤਿਕੋਣੇ ਐਜਸ ਹੋਣਗੇ। ਠੀਕ ਹੈ, ਤਾਂ ਜਿਹੜਾ ਜੇ ਮਤਲਬ ਕਿ ਜਿੱਦਾਂ ਦਾ ਡੱਬਾ ਤੁਹਾਨੂੰ ਮੈਂ ਹੁਣ ਇਹ ਦਿਖਾ ਕੇ ਹਟੀ ਆ, ਤੇ ਇਹਦੇ ਐਜ ਦੇਖੋ, ਇਹਦੇ ਐਜ। ਠੀਕ ਹੈ, ਕੋਈ ਵੀ ਸੋਲਿਡ ਹੈ, ਉਹਦੇ ਜਿੱਥੇ ਆ ਕੇ ਤਲ ਆਪਸ, ਜਿੱਥੇ ਦੋ ਤਲ ਮਿਲ ਗਏ, ਜਿੱਥੇ ਦੋ ਤਲ ਮਿਲਦੇ ਆ, ਦੋ ਤਲ ਮਿਲ ਗਏ, ਉਹਨੂੰ ਅਸੀਂ ਕੀ ਬੋਲਦੇ? ਐਜ ਜਾਂ ਕਿਨਾਰਾ। ਸੋ ਇਹ ਚੀਜ਼ਾਂ ਬਾਰੇ ਉਹਨੇ ਜਾਣਕਾਰੀ ਦਿੱਤੀ ਸਾਨੂੰ ਯੂਕਲਿਡ ਨੇ। ਠੀਕ ਹੈ, ਬੇਸਿਕ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਜਿਹੜੀਆਂ ਤੁਹਾਨੂੰ ਪਤਾ ਪਹਿਲਾਂ ਆ ਸਾਰਿਆਂ ਨੂੰ, ਪਰ ਉਹਨਾਂ ਦੇ ਨਾਂ ਰੱਖੇ ਗਏ ਤੇ ਉਹਨਾਂ ਨੂੰ ਇੱਕ ਪਰਮਾਨੈਂਟ ਮਤਲਬ ਕਿ ਪਛਾਣ ਦਿੱਤੀ ਗਈ। ਠੀਕ ਹੈ, ਯੂਕਲਿਡ ਨੇ ਆਪਣੀ ਜਿਓਮੈਟਰੀ ਦੇ ਵਿੱਚ ਕੁਛ ਇੱਕ ਉਹਦੀਆਂ ਸਵੈਸਿਧ ਸੀਗੇ। ਸਵੈਸਿਧ ਮਤਲਬ ਜਿਹੜੇ ਪਹਿਲਾਂ ਮਤਲਬ ਜਿਹੜੇ ਸਾਨੂੰ ਪਤਾ ਹੈ ਕਿ ਹੁੰਦਾ ਆ, ਸਵੈਸਿਧ ਹੈ, ਉਹਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈਗੀ, ਪਰ ਫਿਰ ਵੀ ਉਹਨੇ ਉਹਨਾਂ ਨੂੰ ਆਪਣੇ ਉਹਦੇ ਵਿੱਚ ਦੱਸਿਆ ਕਿ ਇਹ ਮੈਥਮੈਟਿਕਸ ਨਾਲ ਰਿਲੇਟਡ ਹੈ, ਹਨਾ। ਤੇ ਦੂਜਾ ਉਹਨੇ ਕੁਛ ਇੱਕ ਜਿਹੜੀਆਂ ਮੂਲ ਧਾਰਨਾਵਾਂ ਸੀਗੀਆਂ ਉਹ ਉਹਨੇ ਦੱਸੀਆਂ ਸੀਗੀਆਂ। ਠੀਕ ਹੈ, ਇਹਨਾਂ ਨੂੰ ਅਸੀਂ ਇੰਗਲਿਸ਼ 'ਚ ਬੋਲਦੇ ਹਾਂ ਯੂਕਲਿਡ ਐਗਜ਼ੋਮਸ। ਠੀਕ ਹੈ,
ਤੇ ਮੂਲ ਧਾਰਨਾਵਾਂ ਨੂੰ ਹੈਗੀਆਂ ਕਿ ਉਹਦੇ ਪੋਸਟੂਲੇਟਸ ਹੈਗੇ ਆ। ਤੇ ਇਹ ਜਿਹੜੇ ਐਗਜ਼ਾਮਸ ਹੈਗੇ ਆ ਇਹ ਮੈਥਮੈਟਿਕਸ ਦੇ ਹਰ ਇੱਕ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ। ਠੀਕ ਹੈ, ਮੈਥ ਮਤਲਬ ਅਰਥਮੈਟਿਕ ਹੋਏ, ਜਿਓਮੈਟਰੀ ਹੋਏ, ਸਟੈਟਿਕਸ ਹੋਏ, ਠੀਕ ਹੈ, ਇਹਨਾਂ ਸਾਰਿਆਂ 'ਚ ਰਿਲੇਟ ਹੈ, ਸਾਰਿਆਂ ਨਾਲ ਰਿਲੇਟਡ ਹੈ, ਸਾਰਿਆਂ 'ਚ ਯੂਜ਼ ਹੁੰਦੇ ਆ, ਹਨਾ। ਤੇ ਜਿਹੜੀ ਸਾਡੀਆਂ ਧਾਰਨਾਵਾਂ ਉਹਨੇ ਕਿਹਾ ਪੋਸਟੂਲੇਟਸ ਹੈਗੇ ਆ, ਉਹ ਸਿਰਫ ਤੇ ਸਿਰਫ ਜਿਓਮੈਟਰੀ ਨਾਲ ਰਿਲੇਟਡ ਹੈ। ਠੀਕ ਹੈ, ਹੁਣ ਅਸੀਂ ਇਹਨਾਂ ਬਾਰੇ ਜਾਣਦੇ ਹਾਂ ਕਿ ਇਹਦੇ ਸਵੈਸਿੱਧ ਕਿਹੜੇ ਸੀਗੇ। ਇਹ ਗਿਣਤੀ 'ਚ 7 ਹੈਗੇ। ਸਭ ਤੋਂ ਪਹਿਲਾਂ ਉਹਨੇ ਕਿਹਾ ਕਿ ਥਿੰਗਸ ਵਿਚ ਆਰ ਇਕੁਅਲ ਟੂ ਦ ਸੇਮ ਥਿੰਗ ਆਰ ਇਕੁਅਲ ਟੂ ਵਨ ਅਨਦਰ। ਠੀਕ ਹੈ, ਉਹ ਵਸਤੂਆਂ ਜੋ ਇੱਕ ਵਸਤੂ ਦੇ ਬਰਾਬਰ ਹੋਣ, ਉਹ ਵਸਤੂਆਂ ਜੋ ਇੱਕ ਵਸਤੂ ਦੇ ਬਰਾਬਰ ਹੋਣ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਠੀਕ ਹੈ, ਇਹਦੀ ਉਦਾਹਰਨ ਦੇਖੋ ਕਿ ਮੰਨ ਲਓ ਕਿ 1 ਕਿਲੋ ਦਾ ਬੱਟਾ ਹੈ ਨਾ, ਤੇ 1 ਮਤਲਬ ਕਿਲੋ ਗੋਭੀ ਹੈ, ਤਾਂ 1 ਕਿਲੋ ਬੈਂਗਣ ਹੈ। ਠੀਕ ਹੈ, ਇਹ ਹੁਣ ਕਿਲੋ ਗੋਭੀ ਵੀ ਕਿਲੋ ਦੇ ਬੱਟੇ ਦੇ ਬਰਾਬਰ ਅਸੀਂ ਤੋਲੀ ਹੈ ਤੇ ਕਿਲੋ ਬੈਂਗਣ ਵੀ ਇਹਦੇ ਬਰਾਬਰ ਤੋਲਿਆ। ਉਹ ਵਸਤੂਆਂ ਜਿਹੜੀਆਂ ਕਿਸੇ ਇੱਕ ਚੀਜ਼ ਦੇ ਬਰਾਬਰ ਹੁੰਦੀਆਂ ਆ, ਠੀਕ ਹੈ, ਤਾਂ ਫਿਰ ਆਪਸ ਵਿੱਚ ਦੇ ਬਰਾਬਰ ਹੀ ਹੈ ਨਾ, ਇਹ ਤੇ ਕਿਲੋ ਕਿਲੋ ਹੀ ਹੈ। ਠੀਕ ਹੈ, ਇਹ ਕੇਸ ਵੈਸਿੱਧ ਸੀਗੀ। ਤਾਂ ਉਸ ਤੋਂ ਬਾਅਦ ਦੂਸਰੀ ਹੈਗੀ ਉਹਦੀ ਸਵੈਸਿੱਧ ਹੈਗਾ ਆ, ਐਗਜ਼ਾਮ ਹੈਗਾ ਕਿ ਇਫ ਇਕੁਅਲਸ ਆਰ ਐਡਿਡ ਟੂ ਇਕੁਅਲਸ, equal are added to equals, the wholes are equal। ਜੇ ਬਰਾਬਰਾਂ ਨੂੰ ਬਰਾਬਰ ਵਿੱਚ ਜੋੜੀਏ ਤਾਂ ਜੋੜਫਲ ਬਰਾਬਰ ਹੁੰਦਾ ਹੈ। ਕਹਿੰਦਾ ਬਰਾਬਰ ਕੋਈ ਸੰਖਿਆ ਲੈ ਲਓ, ਮੰਨ ਲਓ ਇੱਧਰ 7 ਹੈ ਤੇ ਬਰਾਬਰ 7 ਬਰਾਬਰ 7 ਦੇ ਹੈ, ਹਨਾ, ਇਹ ਸਾਡੇ ਬਰਾਬਰ ਹੋ ਗਏ। ਤੇ ਬਰਾਬਰਾਂ ਨੂੰ ਇਹਦੇ ਵਿੱਚ ਕੋਈ ਇਦਾਂ ਦੀ ਅੰਕ ਜੋੜਿਆ ਜਾਵੇ ਜਿਹੜਾ ਮਤਲਬ ਇਧਰਲੇ ਪਾਸੇ ਮੈਂ 2 ਪਲੱਸ ਕਰ ਦਿੰਨੀ ਆ, ਇੱਧਰ ਵੀ ਮੈਂ 2 ਪਲੱਸ ਕਰ ਦਿੰਨੀ ਆ। ਬਰਾਬਰਾਂ ਨੂੰ ਬਰਾਬਰਾਂ ਵਿੱਚ ਜੋੜਿਆ, ਬਰਾਬਰ ਆਏ ਦੋ ਜਿਹੜੇ, ਇਹਨਾਂ ਨੂੰ ਜਿਹੜੇ ਪਹਿਲੇ ਦਿੱਤੇ ਉਹ ਬਰਾਬਰ ਸੀਗੇ ਉਹਨਾਂ ਦੇ ਵਿੱਚ ਜੋੜਿਆ, ਤਾਂ ਜਿਹੜਾ ਸਾਡਾ ਜੋੜ ਆਂਦਾ ਹੋਲਸ, ਠੀਕ ਹੈ, ਉਹ ਵੀ ਫਿਰ ਬਰਾਬਰ ਹੋਏਗਾ ਨਾ, 9 = 9। ਦੂਸਰਾ ਸਵੈਸਿੱਧ ਹੋ ਗਿਆ। ਤੀਸਰਾ ਹੈਗਾ ਇਫ ਇਕੁਅਲਸ ਆਰ ਸਬਟ੍ਰੈਕਟਡ ਫਰਮ ਇਕੁਅਲਸ। ਠੀਕ ਹੈ, ਇਕੁਅਲਸ ਆਰ ਸਬਟ੍ਰੈਕਟਡ ਫਰਮ ਇਕੁਅਲਸ, then the remains are equal, then the remainders are equal। ठीक है, तो ਹੁਣ देख लो, मैं फिर 7 वाली 7 की एग्जांपल लेनी है। 7 है, इधर भी 7 है। ठीक है, ਇਹਨਾਂ ਦੇ ਵਿੱਚੋਂ ਅਸੀਂ ਇਕੁਅਲੀ ਮਾਈਨਸ ਕਰਨੀ ਆ, ਸਬਟ੍ਰੈਕਟ ਕਰਨੀ ਆ। ਮੈਂ ਇਹਦੇ ਚੋਂ -2 ਕਰ ਦਿੱਤੇ, ਇਹਦੇ ਚੋਂ ਵੀ 2 ਮਾਈਨਸ ਕਰ ਦਿੱਤੇ। ਇਕੁਅਲਸ ਦੇ ਵਿੱਚੋਂ ਇਕੁਅਲ ਸਬਟ੍ਰੈਕਟ ਕਰ ਰਹੇ ਹਾਂ ਅਸੀਂ। ਠੀਕ ਹੈ, ਤਾਂ ਇਹ ਸਾਡੇ ਕੋਲ ਕੀ ਬਚੇਗਾ, ਜਿਹੜਾ ਸਾਡੇ ਰਿਮਾਈਂਡਰ ਹੋਣਗੇ ਉਹ ਵੀ ਤਾਂ ਸਾਡੇ ਇਕੁਅਲ ਆ ਗਏ। ਇਹੀ ਇਹਦਾ ਤੀਸਰਾ ਸਵੈਸਿੱਧ ਹੈ। ਚੌਥਾ ਹੈਗਾ ਥਿੰਗਸ ਵਿਚ ਕੋਇਨਸਾਈਡ ਵਿਦ ਵਨ ਅਨਦਰ ਆਰ ਇਕੁਅਲ ਟੂ ਵਨ ਅਨਦਰ। ਉਹ ਵਸਤੂਆਂ ਜੋ ਇੱਕ ਦੂਜੇ ਨਾਲ ਸੰਪਾਤੀ ਹੋਣ, ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ। ਹੁਣ ਸੰਪਾਤੀ ਕਿਹੜੀਆਂ ਹੁੰਦੀਆਂ ਆ, ਜਿਹਦੀ ਇੱਕ ਇੱਕ ਬਿੰਦੂ ਦੂਜੇ ਨਾਲ ਮਿਲਦਾ ਹੋਵੇ। ਜਿੱਦਾਂ ਇੱਕ ਲਾਈਨ ਹੈ, ਇਹਦੇ ਉੱਤੇ ਹੀ ਦੂਜੀ ਲਾਈਨ ਹੋਵੇ ਜਾਂਦੀ, ਇਹਨੂੰ ਅਸੀਂ ਸੰਪਾਤੀ ਬੋਲਦੇ ਹਾਂ। ਠੀਕ ਹੈ, ਜਿੱਦਾਂ ਮਤਲਬ ਅਸੀਂ ਦੇਖੋ ਹੱਥ, ਸਾਡੇ ਹੱਥ ਹੈ ਹਨਾ, ਅਸੀਂ ਹੱਥ ਇਹ ਦੋਨੇ ਬਰਾਬਰ, ਸੰਪਾਤੀ ਹੈ ਨਾ, ਇਹ ਸੰਪਾਤੀ ਆ, ਤੇ ਹੱਥ ਨੇ ਹੱਥ ਨੂੰ ਢੱਕ ਲਿਆ। ਠੀਕ ਹੈ, ਕੋਇਨਸਾਈਡ ਇਹ ਹੁੰਦਾ ਜਿਹੜਾ ਇੱਕ ਨੂੰ ਦੂਜਾ ਢੱਕ ਲਿਆ ਪੂਰੀ ਤਰ੍ਹਾਂ, ਤਾਂ ਇਹ ਵੀ ਆਪਸ ਵਿੱਚ ਬਰਾਬਰ ਹੀ ਹੈ। ਠੀਕ ਹੈ, ਜਾਂ ਅਸੀਂ ਪਾਸਪੋਰਟ ਸਾਈਜ਼ 2 ਫੋਟੋ ਬਣਵਾਉਂਦੇ ਆ, ਦੋ ਕੀ ਅਸੀਂ ਪਾਸਪੋਰਟ ਸਾਈਜ਼ ਫੋਟੋ ਦਾ ਆਰਡਰ ਕਰਕੇ ਆਨੇ ਆ ਦੁਕਾਨ ਤੇ, ਤਾਂ ਜਿੰਨੀ ਮਰਜ਼ੀ ਦਾ ਕੀਤਾ ਉਹ ਸਾਰਿਆਂ ਦਾ ਸਾਈਜ਼ ਇੱਕੋ ਹੀ ਹੁੰਦਾ, ਇੱਕ ਦੇ ਉੱਤੇ ਇੱਕ ਰੱਖੋ ਤੇ ਉਹ ਕੋਇਨਸਾਈਡ ਹੋ ਜਾਂਦੀਆਂ। ਠੀਕ ਹੈ, ਤਾਂ ਉਹ ਇਹਦਾ ਮਤਲਬ ਆਪਸ ਸਾਰੀਆਂ ਬਰਾਬਰ ਹੈ। ਕੁੜੀਆਂ ਨੂੰ ਬੜੀ ਉਦਾਹਰਨ ਹੈਗੀ ਕੁੜੀਆਂ ਵਾਸਤੇ ਬੈਂਗਲਸ ਦੀ। ਠੀਕ ਹੈ, ਬੈਂਗਲਸ ਲੈਂਦੀਆਂ ਜਿਸ ਵੇਲੇ ਆਪਣੇ ਸਾਈਜ਼ ਦੇ, ਤੇ ਬੈਂਗਲਸ ਦੇ ਬੈਂਗਲ ਤੇ ਬੈਂਗਲ ਰੱਖ ਕੇ ਉਹ ਪੂਰੀ ਹੁੰਦੀਆਂ ਨਾ, ਉਹ ਤੋਂ ਪਤਾ ਲੱਗ ਜਾਂਦਾ ਕੋਈ ਵੱਡੀ ਛੋਟੀ ਹੋਵੇ ਤਾਂ। ਠੀਕ ਹੈ, ਥੋੜੀ ਜਿਹੀ ਵੀ ਵੱਡੀ ਜਾਂ ਛੋਟੀ ਹੋਵੇ ਤਾਂ ਵਿਚਲਾ ਜਿਹੜਾ ਸਰਕਲ ਆ ਉਹ ਇਕੁਅਲ ਨਹੀਂ ਹੁੰਦਾ। ਠੀਕ, ਤਾਂ ਸੋ ਇਹੀ ਇੱਥੇ ਸਵੈਸਿੱਧ ਹੈ ਕਿ ਉਹ ਜਿਹੜੀਆਂ ਇੱਕ ਦੂਜੇ ਦੀ ਸੰਪਾਤੀ ਹੁੰਦੀਆਂ ਉਹ ਇੱਕ ਦੂਜੇ ਦੇ ਬਰਾਬਰ ਹੁੰਦੀਆਂ। ਠੀਕ ਹੈ, ਤੀਸਰਾ ਹੈਗਾ ਪੰਜਵਾਂ ਹੈਗਾ ਦ ਹੋਲ ਇਜ਼ ਗ੍ਰੇਟਰ ਦੈਨ ਦ ਪਾਰਟ। ਠੀਕ ਹੈ, ਪੂਰਨ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ। ਮਤਲਬ ਇਹਦਾ ਕੀ ਐਗਜ਼ਾਮਪਲ ਦੇਵਾਂ ਤੁਹਾਨੂੰ ਮੈਂ, ਕਿ ਮੰਨ ਲਓ ਇੱਕ ਬਰਤਨ ਦੇ ਵਿੱਚ 5 ਲੀਟਰ ਪਾਣੀ ਪਿਆ,
ਤਾਂ ਮੈਂ ਇਹਨੂੰ ਬੋਤਲਾਂ 'ਚ ਭਰਦੀ ਆ, ਹਨਾ, ਏਦਾਂ 1-1 ਲੀਟਰ ਦੀਆਂ 5 ਬੋਤਲਾਂ ਭਰ ਲੈਣੀ। ਤੇ ਹੁਣ ਜਿਹੜਾ ਬੋਤਲ ਵਾਲਾ ਪਾਣੀ ਹੈ ਇਹ ਇਹਦੇ ਨਾਲੋਂ ਘੱਟ ਹੀ ਹੋਏਗਾ। ਪੂਰਨ ਤਾਂ ਇਹ ਹੈ ਨਾ ਸਾਡੇ ਕੋਲ ਪੂਰਾ ਇਹ, ਤੇ ਆਪਣੇ ਪਾਰਟ ਨਾਲੋਂ ਇਹ ਜ਼ਿਆਦਾ ਹੀ ਹੈ, ਠੀਕ ਹੈ ਨਾ। ਇਹੀ ਗੱਲ ਉਹਨੇ ਕਹੀ ਹੈ ਕਿ ਜਿਹੜਾ ਪਾਰਟ ਹੈ ਪੂਰਨ ਜਿਹੜਾ ਆਪਣੇ ਭਾਗ ਤੋਂ ਵੱਡਾ ਹੁੰਦਾ ਹੈ, ਠੀਕ ਹੈ। ਦਾ ਹੋਲ ਇਜ਼ ਗ੍ਰੇਟਰ ਦੈਨ ਦਾ ਪਾਰਟ। ਇੱਕ ਰੋਟੀ ਹੈ, ਤੁਸੀਂ ਰੋਟੀ ਦੇ 2 ਟੁਕੜੇ ਕਰ ਦੋ, 2 ਟੁਕੜੇ ਕਰ ਦੋ, 4 ਕਰ ਦੋ, ਤਾਂ ਉਹ ਅੱਧਾ ਟੁਕੜਾ ਵੀ, ਮਤਲਬ ਜੇ 2 ਟੁਕੜੇ करते ਅੱਧਾ ਟੁਕੜਾ ਵੀ कर देंगे तो पूरी रोटी तो नहीं ना, वो तो छोटा ही है ना। वो इस तरह जो पार्ट है वो पूरे तो हमेशा छोटा होता है। अगे 6वां हैगा थिंग्स विच आर डबल ऑफ द सेम थिंग आर इक्वल टू वन अनदर। वो चीज़ां ਜਿਹੜੀਆਂ ਇੱਕ सेम थिंग ਦਾ डबल ਹੁੰਦੀਆਂ, ठीक है, एक सेम थिंग ਦਾ डबल ਹੁੰਦੀਆਂ, ਉਹ ਆਪਸ ਵਿੱਚ ਇਕੁਅਲ ਹੁੰਦੀਆਂ, ठीक है। ਜਿੱਦਾਂ ਹੁਣ ਇਹਦੀ ਐਗਜ਼ਾਮਪਲ ਲੈ ਲਓ, ਇੱਕ ਬਰਤਨ ਦੇ ਵਿੱਚ 5 ਲੀਟਰ ਪਾਣੀ ਆ, ਇਹਦਾ ਦੁੱਗਣਾ ਕਰਦਾ 10 ਲੀਟਰ ਹੋ ਜਾਊਗਾ। ਦੂਜੇ ਬਰਤਨ 'ਚ 5 ਲੀਟਰ ਪਾਣੀ ਆ, ਉਹਦਾ ਦੁੱਗਣਾ ਕਰਦਾ ਉਹ ਵੀ 10 ਲੀਟਰ ਹੋ ਜਾਣਾ। ਤਾਂ ਦੋਨੇ ਬਰਾਬਰ ਹੋਏ ਨਾ ਆਪਸ 'ਚ। ਜਿਹੜੀਆਂ ਚੀਜ਼ਾਂ ਸੇਮ ਚੀਜ਼ਾਂ 5 ਲੀਟਰ ਇੱਕ ਬਰਤਨ 'ਚ, 5 ਲੀਟਰ ਦੂਜੇ 'ਚ, ਤੇ ਉਹਨੂੰ ਵੀ ਦੁੱਗਣਾ ਕਰ ਦਿੱਤਾ, ਉਹਨੂੰ 5 ਉਹ 'ਚ ਪਾਇਆ, 5 ਉਹ 'ਚ ਪਾਇਆ, ਮਤਲਬ ਦੁੱਗਣਾ ਕਰ ਦਿੱਤਾ, ਤੇ ਉਹ ਫਿਰ ਦੋਨੇ ਆਪਸ ਵਿੱਚ ਬਰਾਬਰ ਹੋ ਗਈਆਂ, ਠੀਕ ਹੈ। ਇਹ ਉਹਦੀ 6ਵੀਂ ਸਵੈਸਿਤ ਸੀਗੀ। 7ਵੀਂ ਹੈਗੀ, 7ਵੀਂ ਤੇ ਲਾਸਟ ਉਹਦੀ ਹੈਗੀ ਆ थिंग्स विच आर हाफ। डबल की जगह क्या है ना, हाफ। थिंग्स विच आर हाफ, हाफ्स ऑफ सेम थिंग्स आर इक्वल टू वन अनदर, ठीक है। एक ही वस्तुओं का अद्धा, एक ही वस्तुओं का अद्धा, दुगने की जगह क्या है ना, अद्धा, एक दूजे के बराबर होंगे हैं, ठीक है। जे इत्थे 5 लीटर पानी है, अद्ध कर दईए 2.5 लीटर, दूजी बाल्टी 5 लीटर पानी है, अद्ध कर दईए 2.5 लीटर, तो दोनों आपस बराबर हो गए ना जो अद्ध अद्ध किया। सो ये स्वैसित सी, ये 7 स्वैसित है। यूक्लिड ਦੀਆਂ मूल धारणावां इंग्लिश 'ਚ ਅਸੀਂ ਉਹਨਾਂ ਨੂੰ ਪੋਸਟੂਲੇਟਸ ਬੋਲਦੇ ਆ। ਉਹ 5 ਹੈਗੀਆਂ ਟੋਟਲ ਕਿੰਨੀਆਂ 5 ਹੈ। ਉਹਨਾਂ 'ਚੋਂ ਪਹਿਲੀ ਧਾਰਨਾ ਕੀ ਹੈਗੀ ਆ ਕਿ ਅ ਸਟ੍ਰੇਟ ਲਾਈਨ ਮੇ ਬੀ ਡਰਾਨ ਫਰੋਮ ਐਨੀ ਵਨ ਪੁਆਇੰਟ ਟੂ ਐਨੀ ਅਦਰ ਪੁਆਇੰਟ, ਕਿ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਇੱਕ ਸਿੱਧੀ ਰੇਖਾ ਜਿਹੜੀ ਉਹ ਖਿੱਚੀ ਜਾ ਸਕਦੀ ਹੈ, ਠੀਕ ਹੈ। ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਇੱਕ ਸਿੱਧੀ ਰੇਖਾ खिंची जा सकती है। एक बिंदु ए है, एक बिंदु बी है मान लो, ते एक सीधी रेखा इन्हां दोनों के विचकार इदां खिंची जा सकती, ठीक है। अच्छा, दूसरी धारणा दी हैगी आ कि अ टर्मिनेटेड लाइन कैन बी प्रोड्यूस्ड इनडेफिनेटली, ठीक है। एक शांत रेखा नूं अनिश्चित रूप नाल वधाया जा सकता। मान लो एक शांत रेखा जिद्दां ए बी पई है, ठीक है, ते इहनूं असीं अनिश्चित रूप विच दोने पासे वधा सकदे इदां इदां, ठीक है। एक रेखा नूं दोने पासे वधाया जा सकता है। ते तीसरा उन्हें बोलिया अ सर्कल कैन बी ड्रॉन विद एनी सेंटर एंड एनी रेडियस, कि एक जिहड़ा चक्कर है उन्हों कोई भी केंद्र मान लो, जरूरी नहीं सानू किते इत्थे दिता होवे केंद्र, तां असीं इत्थे मनना, तुहाडा तालिया किते मर्जी किते किसी बिंदु नूं तुसीं केंद्र मान लो, तो जिन्ना मर्जी रेडियस लैके जिन्ना मर्जी अर्ध व्यास लैके तुसीं चक्कर खिंच सकते हैं। मान लो इत्थे बिंदु ले लिया, तो इस अर्ध व्यास का असीं ये वाला सर्कल बनाता, साडा दिल कीता असीं वड्डा बनाता, कोई भी सर्कल असीं दिल कीता मतलब बना सकते हैं, सानू जिन्नी जरूरत है असीं उन्ना वड्डा सर्कल बना सकते हैं, किसी भी बिंदु नूं असीं केंद्र मान लैंदे हां, ठीक है। यूक्लिड दी चौथी धारणा साडे कोल हैगी आ ऑल राइट एंगल्स आर इक्वल टू वन अनदर, ठीक है, कि सारे समकोण एक दूजे दे बराबर हुंदे हैं। ये सिंपल सी। पंजवीं धारणा जिहड़ी थोड़ी ਉਹਦੀ स्टेटमेंट लंबी है, ਉਹਨੂੰ ध्यान ਨਾਲ समझना। इफ अ स्ट्रेट लाइन फॉलिंग ऑन टू स्ट्रेट लाइन्स मेक्स द इंटीरियर एंगल्स ऑन द सेम साइड्स ऑफ इट, ऑन द सेम साइड ऑफ इट मतलब कि एक लाइन फॉल कित्थे करदी है, दो स्ट्रेट लाइन्स दे उत्ते फॉल करदी है ते इंटीरियर एंगल बनांदी है। ये बनांदी है ना इंटीरियर एंगल, अंदरूनी कोणे बनदे आ,
ਇਸ ਇੱਕ ਸਾਈਡ ਦੇ ਜਿਹੜੇ ਅੰਦਰ ਕੋਣ ਬਣਦੇ ਇਹਨਾਂ ਨੂੰ ਅਸੀਂ ਇੰਟੀਰੀਅਰ ਕੋਣ ਬੋਲਦੇ ਆ। ਇੱਕ ਸਾਈਡ ਦੇ ਇੱਕ ਪਾਸੇ ਦੇ ਅੰਦਰਲੇ ਕੋਣ। ਠੀਕ ਹੈ, ਇੰਨੀ ਗੱਲ ਤਾਂ ਕਲੀਅਰ ਹੋਈ। ਇਫ ਟੇਕਨ ਟੁਗੇਦਰ ਲੈਸ ਦੈਨ ਟੂ ਰਾਈਟ ਐਂਗਲਸ, ਜੇ ਇੱਕ ਸਾਈਡ ਦੇ ਕੋਣਾਂ ਦਾ ਜੋੜ ਦੇਖਿਆ ਜਾਏ, ਜੇ ਉਹ ਦੋ ਸਮਕੋਣ ਤੋਂ ਘੱਟ ਹੈ, ਠੀਕ ਹੈ, ਦੋ ਸਮਕੋਣ ਤੋਂ ਘੱਟ ਮਤਲਬ 180 ਡਿਗਰੀ ਤੋਂ ਘੱਟ ਹੋਵੇ ਜੋੜ, ਜਿੱਧਰਲੇ ਪਾਸੇ ਜਿਸ ਸਾਈਡ ਤੇ ਜਿਹੜਾ ਇਹਨਾਂ ਐਂਗਲਸ ਦਾ ਜੋੜ 180 ਡਿਗਰੀ ਤੋਂ ਘੱਟ ਹੋਏ, then the two straight lines, ਫਿਰ ਉਹ ਜਿਹੜੀਆਂ ਦੋ ਸਟ੍ਰੇਟ ਲਾਈਨਸ ਹੈਗੀਆਂ ਨਾ, ਇਹ ਜਿਨ੍ਹਾਂ ਨੂੰ ਵਧਾਇਆ ਜਾਵੇ, ਲਾਈਨਸ ਇਫ ਪ੍ਰੋਡਿਊਸਡ ਇੰਡੈਫੀਨਿਟਲੀ, ਅਨੰਤ ਤੱਕ ਵਧਾ ਦਿੱਤਾ ਜਾਵੇ, ਮੀਟ ਔਨ ਦੈਟ ਸਾਈਡ, ਇਹ ਉਸ ਸਾਈਡ ਤੇ ਮਿਲਦੀਆਂ ਆਪਸ ਵਿੱਚ, ਔਨ ਵਿਚ the sum of angles is less than two right angles, ਉਸ ਸਾਈਡ ਤੇ ਮਿਲਣਗੀਆਂ ਜਿੱਧਰ ਜਿਹੜਾ ਇਹਨਾਂ ਇੰਟੀਰੀਅਰ ਐਂਗਲ ਦਾ ਸਮ ਜਿਹੜਾ ਦੋ ਰਾਈਟ ਐਂਗਲਸ ਤੋਂ ਘੱਟ ਹੋਏਗਾ। ਮਤਲਬ ਜਿੱਧਰਲੇ ਪਾਸੇ ਇਹਨਾਂ ਦਾ ਜੋੜ 180 ਡਿਗਰੀ ਤੋਂ ਘੱਟ ਹੋਏਗਾ, ਉਧਰਲੇ ਪਾਸੇ ਇਹ ਲਾਈਨਾਂ ਜਿਹੜੀਆਂ ਇੰਡੈਫੀਨਿਟਲੀ ਰੂਪ ਦੇ ਵਿੱਚ ਜਾ ਕੇ ਇਹ ਆਪਸ ਵਿੱਚ ਕਿਤੇ ਨਾ ਕਿਤੇ ਮਿਲ ਜਾਣਗੀਆਂ। ਦੇਖੋ ਜੇ ਇਧਰਲੇ ਪਾਸੇ ਘੱਟ ਹੈ ਨਾ, ਇੱਧਰ ਇਹ ਮਿਲਣਗੀਆਂ ਇੱਥੇ। ਜੇ ਅਸੀਂ ਇੱਧਰ ਜਾਈਏ, ਇਧਰਲੇ ਪਾਸੇ 180 ਡਿਗਰੀ ਤੋਂ ਵੱਧ ਹੈ, ਇੱਧਰ ਇਹ ਕਦੇ ਨਹੀਂ ਮਿਲਣਗੀਆਂ। ਠੀਕ ਹੈ, ਇਹ ਉਹਦੀ ਪੰਜਵੀਂ ਧਾਰਨਾ ਸੀ, ਪੰਜਾਬੀ ਚ ਲਿਖੀ ਹੋਈ ਹੈ। ਜੇ ਇੱਕ ਸਿੱਧੀ ਰੇਖਾ ਦੋ ਸਿੱਧੀਆਂ ਰੇਖਾਵਾਂ ਤੇ ਡਿੱਗ ਕੇ ਇੱਕ ਪਾਸੇ ਦੋ ਅੰਦਰਲੇ ਕੋਣ ਬਣਾਉਂਦੀ ਹੈ, ਤਾਂ ਇਹਨਾਂ ਦੋਵਾਂ ਕੋਣਾਂ ਦਾ ਜੋੜ ਮਿਲ ਕੇ ਦੋ ਸਮਕੋਣਾਂ ਤੋਂ ਘੱਟ ਹੋਵੇ, ਤਾਂ ਉਹ ਦੋਨੋਂ ਸਿੱਧੀਆਂ ਰੇਖਾਵਾਂ ਅਨਿਸ਼ਚਿਤ ਰੂਪ ਨਾਲ ਵਧਾਏ ਜਾਣ ਤੇ ਉਸੇ ਦਿਸ਼ਾ ਵਿੱਚ ਮਿਲਦੀਆਂ ਹਨ ਜਿਸ ਦਿਸ਼ਾ ਵਿੱਚ ਇਹ ਜੋੜ ਦੋ ਸਮਕੋਣ ਤੋਂ ਘੱਟ ਹੁੰਦਾ ਹੈ। ਠੀਕ ਹੈ।